8ਵੀਂ ਕਲਾਸ ਦੇ ਸਾਇੰਸ ਵਿਸ਼ੇ ਨਾਲ ਸੰਬੰਧਿਤ ਸਾਰਿਆਂ ਦਾ ਸਵਾਗਤ ਹੈ। ਤੇ ਪਿਆਰੇ ਵਿਦਿਆਰਥੀਓ, ਅੱਜ ਅਸੀਂ ਪ੍ਰੈਕਟਿਸਡ ਟੈਸਟ ਸੀਰੀਜ਼ ਨੰਬਰ 6 ਕਰਨ ਜਾ ਰਹੇ ਹਾਂ, ਜੋ ਕਿ ਨੈਸ ਬੇਸਡ ਹੈ। ਤੇ ਇਸ ਨਾਲ ਰਿਲੇਟਿਡ ਜਿਹੜਾ ਪਹਿਲਾ ਕੁਐਸਚਨ ਤੁਹਾਡੀ ਸਕਰੀਨ ਦੇ ਉੱਪਰ ਫਲੈਸ਼ ਹੋ ਰਿਹਾ, ਇਹ ਕੀ ਹੈ? ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਸਿੰਚਾਈ ਕਰਦਿਆਂ ਦੇਖ ਸੁਨੀਤਾ ਨੇ ਆਪਣੇ ਦਾਦਾ ਜੀ ਨੂੰ ਪੁੱਛਦੀ ਹੈ ਕਿ ਫਸਲਾਂ ਨੂੰ ਸਿੰਚਾਈ ਦੀ ਲੋੜ ਕਿਉਂ ਹੁੰਦੀ ਹੈ। ਤੇ ਪਿਆਰੇ ਵਿਦਿਆਰਥੀਓ, ਉਸਦੇ ਦਾਦਾ ਜੀ ਨੇ ਉਸਨੂੰ ਕੀ ਉੱਤਰ ਦਿੱਤਾ ਹੋਵੇਗਾ? ਪਾਣੀ ਬੀਜਾਂ ਦੇ ਪੁੰਗਰਨ ਲਈ ਜ਼ਰੂਰੀ ਹੁੰਦਾ ਹੈ। ਬਿਲਕੁਲ ਠੀਕ ਹੈ। ਪਾਣੀ ਮਿੱਟੀ ਵਿਚਲੇ ਪੋਸ਼ਕ ਤੱਤਾਂ ਨੂੰ ਪੌਦਿਆਂ ਤੱਕ ਪਹੁੰਚਾਉਂਦਾ ਹੈ। ਪਿਆਰੇ ਵਿਦਿਆਰਥੀਓ, ਇਹ ਵੀ ਠੀਕ ਹੈ। ਪਾਣੀ ਗਰਮ ਅਤੇ ਠੰਡੀਆਂ ਹਵਾਵਾਂ ਤੋਂ ਫਸਲਾਂ ਨੂੰ ਬਚਾਉਂਦਾ ਹੈ। ਵਿਦਿਆਰਥੀਓ, ਇਹ ਵੀ ਠੀਕ ਹੈ। ਇਸ ਦਾ ਮਤਲਬ ਇਸ ਦਾ ਆਨਸਰ ਆਏਗਾ ਉਪਰੋਕਤ ਸਾਰੇ, ਮਤਲਬ ਕਿ ਡੀ ਆਪਸ਼ਨ। ਅਗਲਾ ਕੁਐਸਚਨ ਹੈਗਾ, ਜੈਸਮੀਨ ਦੇ ਪਿਤਾ ਜੀ ਆਪਣੇ ਖੇਤ ਵਿੱਚ ਅਣਚਾਹੇ ਪੌਦਿਆਂ ਨੂੰ ਹਟਾ ਰਹੇ ਸਨ। ਤੇ ਵਿਦਿਆਰਥੀਓ, ਇਹਨਾਂ ਅਣਚਾਹੇ ਪੌਦਿਆਂ ਨੂੰ ਅਸੀਂ ਕੀ ਆਖਦੇ ਹਾਂ? ਇਹਨਾਂ ਨੂੰ ਬੱਚੋ ਆਖਦੇ ਹਾਂ ਨਦੀਨ। ਠੀਕ ਹੈ। ਤੋ ਨਦੀਨਾਂ ਨੂੰ ਹਟਾਉਣ ਲਈ ਬੱਚੇ ਇਹਦੇ ਲਈ ਇੱਕ ਪ੍ਰਕਿਰਿਆ ਹੁੰਦੀ ਹੈ, ਉਸ ਨੂੰ ਅਸੀਂ ਗੋਡੀ ਆਖਦੇ ਹਾਂ, ਮਤਲਬ ਕਿ ਵੀਡਿੰਗ, ਜੋ ਕਿ ਮੈਨੂਅਲ ਪ੍ਰੋਸੈਸ ਹੈ। ਤੇ ਜੇ ਅਸੀਂ ਇਹਨੂੰ ਕੈਮੀਕਲ ਦੇ ਨਾਲ ਹਟਾਉਣਾ ਹੋਵੇ ਤਾਂ ਬੱਚੋ ਅਸੀਂ ਯੂਜ਼ ਕਰਦੇ ਹਾਂ ਕੈਮੀਕਲਸ, ਜਿਨ੍ਹਾਂ ਨੂੰ ਨਦੀਨ ਨਾਸ਼ਕ ਆਖਦੇ ਹਾਂ। ਇਸ ਵਿੱਚ ਪਹਿਲੀ ਐਗਜ਼ਾਮਪਲ ਹੁੰਦੀ ਹੈ 2,4-D ਤੇ ਦੂਸਰੀ ਐਗਜ਼ਾਮਪਲ ਵਿਦਿਆਰਥੀਓ ਤੁਸੀਂ ਯਾਦ ਰੱਖਣਾ ਹੈ ਬੂਟਾ ਕਲੋਰ। ਠੀਕ ਹੈ। ਇਹ ਦੋਨੋਂ ਕੀ ਹਨ? ਨਦੀਨ ਨਾਸ਼ਕ। ਇਹਨੂੰ ਵੀ ਸਾਰੇ ਬੱਚਿਆਂ ਨੇ ਯਾਦ ਰੱਖਣਾ ਹੈਗਾ। ਠੀਕ ਹੈ। ਉਸ ਤੋਂ ਬਾਅਦ ਵਿਦਿਆਰਥੀਓ, ਥਰਡ ਕੁਐਸਚਨ ਹੈ, ਸੰਕਟਕਾਲੀਨ ਜੰਗਲੀ ਜੀਵਾਂ ਦੀਆਂ 2 ਪ੍ਰਜਾਤੀਆਂ ਦੇ ਨਾਮ ਦੱਸੋ। ਤੇ ਵਿਦਿਆਰਥੀਓ, ਇਸ ਵਿੱਚ ਕਾਲੇ ਹਿਰਨ, ਜੋ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ, ਇੱਦਾਂ ਹੀ ਸਫੈਦ ਅੱਖਾਂ ਵਾਲੇ ਹਿਰਨ, ਸੁਨਹਿਰੀ ਬਿੱਲੀ, ਗੁਲਾਬੀ ਸਿਰ ਵਾਲੀ ਬੱਤਖ, ਅਜਗਰ, ਗੈਂਡਾ, ਇਹ ਸਾਰੀਆਂ ਬੱਚੇ ਸੰਕਟਕਾਲੀਨ ਜੰਗਲੀ ਜੀਵਾਂ ਦੀਆਂ ਪ੍ਰਜਾਤੀਆਂ ਹਨ। ਸੋ ਵਿਦਿਆਰਥੀਓ, ਇੱਥੇ ਇਹਦੇ ਵਿੱਚ ਆਨਸਰ ਜਿਹੜਾ ਅਸੀਂ ਲਿਖਾਂਗੇ ਉਪਰੋਕਤ ਸਾਰੇ। ਠੀਕ ਹੈ। ਕੋਈ ਇਹ ਵੀ 2 ਨੇ, ਇਹ ਵੀ 2 ਹੈ, ਇਹ ਵੀ 2 ਨੇ, 2 ਪ੍ਰਜਾਤੀਆਂ ਦੇ ਬਾਰੇ ਪੁੱਛਿਆ ਹੈ ਤਾਂ ਉਪਰੋਕਤ ਸਾਰਿਆਂ ਦੇ ਵਿੱਚ ਹੀ 2-2 ਦਿੱਤੀਆਂ ਨੇ, ਇਸ ਕਰਕੇ ਆਨਸਰ 4 ਆਪਸ਼ਨ ਤੁਸੀਂ ਲਗਾਓਗੇ। ਠੀਕ ਹੈ। ਉਸ ਤੋਂ ਬਾਅਦ ਫੋਰਥ ਕੁਐਸਚਨ ਹੈ, ਰਮਨ ਦੇ ਮਾਤਾ ਜੀ ਰਮਨ ਨੂੰ ਮੁਰਗੀ ਦਾ ਉਬਲਿਆ ਅੰਡਾ ਕੱਟ ਕੇ ਖਾਣ ਨੂੰ ਦਿੱਤਾ। ਤੇ ਵਿਦਿਆਰਥੀਓ, ਇਸ ਦੇ ਪੀਲੇ ਭਾਗ ਨੂੰ ਕੀ ਆਖਦੇ ਹਨ? ਮੈਨੂੰ ਲੱਗਦਾ ਸਾਰੇ ਵਿਦਿਆਰਥੀਆਂ ਨੂੰ ਪਤਾ ਹੋਵੇਗਾ ਕਿ ਇਸ ਦਾ ਆਨਸਰ ਯੋਕ ਆਉਣਾ ਹੈ। ਜੇ ਤੁਹਾਨੂੰ ਸਫੈਦ ਭਾਗ ਬਾਰੇ ਪੁੱਛਦੇ ਤਾਂ ਫਿਰ ਬੱਚੋ ਕੀ ਆਉਣਾ ਸੀਗਾ? ਐਲਬਿਊਮਿਨ। ਠੀਕ ਹੈ। ਸਫੈਦ ਭਾਗ ਜਿਹੜਾ ਆ ਉਹ ਐਲਬਿਊਮਿਨ ਹੁੰਦਾ ਹੈ। ਅਗਲਾ ਪਿਆਰੇ ਵਿਦਿਆਰਥੀਓ ਕੁਐਸਚਨ ਹੈ 5th, ਅਧਿਆਪਕ ਨੇ ਜਮਾਤ ਵਿੱਚ ਦੱਸਿਆ ਹੈ ਕਿ ਕੁਝ ਜੀਵ ਅਜਿਹੇ ਹਨ ਜਿਨ੍ਹਾਂ ਵਿੱਚ ਬਾਹਰੀ ਨਿਸ਼ੇਚਨ ਹੁੰਦਾ ਹੈ। ਹੇਠ ਲਿਖਿਆਂ ਵਿੱਚੋਂ ਕਿਹੜੇ ਜੰਤੂ ਦੀ ਉਦਾਹਰਣ ਸਹੀ ਹੈ? ਤਾਂ ਵਿਦਿਆਰਥੀਓ, ਇਹਨਾਂ ਵਿੱਚ ਮੱਝ, ਕੁੱਤਾ ਤੇ ਬਿੱਲੀ, ਇਹਨਾਂ ਵਿੱਚ ਅੰਦਰੂਨੀ ਨਿਸ਼ੇਚਨ ਹੁੰਦਾ ਹੈ। ਬਚਿਆ ਕੌਣ? ਡੱਡੂ, ਜੋ ਕਿ ਬਾਹਰ ਪਾਣੀ ਦੇ ਵਿੱਚ ਅੰਡੇ ਆਪਣੇ ਦਿੰਦਾ ਹੈ। ਠੀਕ ਹੈ। ਉਸ ਤੋਂ ਬਾਅਦ ਵਿਦਿਆਰਥੀਓ ਨੈਕਸਟ ਹੈਗਾ, ਜਦੋਂ 2 ਸਮਤਲ ਦਰਪਣਾਂ ਦੇ ਵਿਚਕਾਰ ਕੋਣ, ਯਾਨੀ ਕਿ ਸਾਡੇ ਕੋਲ 2 ਸਮਤਲ ਦਰਪਣ ਹਨ, ਉਹਨਾਂ ਨੂੰ ਅਸੀਂ 90 ਡਿਗਰੀ ਐਂਗਲ ਦੇ ਉੱਪਰ ਰੱਖਿਆ ਹੋਇਆ ਇਸ ਤਰ੍ਹਾਂ। ਠੀਕ ਹੈ। ਉਹਨਾਂ ਦੇ ਵਿਚਕਾਰ ਬੱਚੋ ਜੇ ਅਸੀਂ ਇੱਕ ਵਸਤੂ ਰੱਖ ਦਈਏ ਤਾਂ ਇਹਦੇ ਕਿੰਨੇ ਪ੍ਰਤੀਬਿੰਬ ਬਣਨਗੇ? ਉਹਦਾ ਬੱਚੋ ਆਨਸਰ ਹੁੰਦਾ ਹੈ, ਫਾਰਮੂਲਾ ਹੁੰਦਾ ਹੈ 360 ਡਿਵਾਈਡ ਬਾਏ ਥੀਟਾ। ਥੀਟਾ ਮਤਲਬ ਇਹਨਾਂ ਦੋਨਾਂ ਦੇ ਵਿਚਕਾਰ ਐਂਗਲ, ਜੋ ਕਿ ਇੱਥੇ 90 ਆ ਰਿਹਾ ਹੈ, ਤੇ -1। ਠੀਕ ਹੈ। 0 ਨਾਲ 0 ਕੱਟ ਗਈ, 9 ਚੌਕਾ ਬੱਚੋ ਹੋ ਗਿਆ 36, ਤੇ 4 ਵਿੱਚੋਂ ਜਦੋਂ ਤੁਸੀਂ 1 ਮਾਈਨਸ ਕਰੋਗੇ ਤਾਂ 3 ਪ੍ਰਾਪਤ ਹੋਏਗਾ। ਇਹਦਾ ਮਤਲਬ 3 ਪ੍ਰਤੀਬਿੰਬ ਇੱਥੇ ਬਣਨੇ ਹਨ, ਪਹਿਲੀ ਆਪਸ਼ਨ। ਅਗਲਾ ਹੈ, ਲੁਧਿਆਣਾ ਪੰਜਾਬ ਵਿੱਚ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਹੈ। ਡੀਜ਼ਲ ਅਤੇ ਪੈਟਰੋਲ ਦੀ ਬਜਾਏ ਸਰਕਾਰ ਨੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਡੈਸ਼ ਦੀ ਵਰਤੋਂ ਕਰਨ ਦਾ ਆਦੇਸ਼ ਦਿੱਤਾ ਹੈ। ਤਾਂ ਵਿਦਿਆਰਥੀਓ, ਇਸ ਦਾ ਆਨਸਰ ਹੈਗਾ CNG। ਠੀਕ ਹੈ। CNG ਜਿਹੜੀ ਹੈ ਉਹ ਕੰਪਰੈਸਡ ਨੈਚੁਰਲ ਗੈਸ ਹੁੰਦੀ ਹੈ। ਠੀਕ ਹੈ। ਜੋ ਕਿ ਘੱਟ ਪ੍ਰਦੂਸ਼ਣ ਕਰਦੀ ਹੈ ਔਰ ਇਸ ਦੇ ਨਾਲ ਵਾਹਨ ਚਲਾਏ ਜਾ ਸਕਦੇ ਹਨ। ਅਗਲਾ ਕੁਐਸਚਨ ਨੰਬਰ 8 ਹੈ, ਅਧਿਆਪਕ ਨੇ ਵਿਦਿਆਰਥੀਆਂ ਨੂੰ ਪੜ੍ਹਾਇਆ ਕਿ ਕਿਵੇਂ ਹਵਾ ਪ੍ਰਦੂਸ਼ਣ ਕਰਕੇ ਹਵਾ ਵਿੱਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਵੱਧ ਰਹੀ ਹੈ, ਜਿਸ ਕਰਕੇ ਗਲੋਬਲ ਵਾਰਮਿੰਗ ਹੁੰਦੀ ਹੈ। ਤਾਂ ਵਿਦਿਆਰਥੀਓ, ਪਹਿਲੀ ਗੱਲ ਹੈ, ਗਲੋਬਲ ਵਾਰਮਿੰਗ ਦਾ ਕਾਰਨ ਕਾਰਬਨ ਡਾਈਆਕਸਾਈਡ ਗੈਸ ਹੈ, ਜਿਸ ਨਾਲ ਬੱਚੋ ਤਾਪਮਾਨ ਵਿੱਚ ਵਾਧਾ ਹੁੰਦਾ ਹੈ। ਉਹਦੇ ਨਾਲ ਕੀ ਹੈ? ਬਰਫ਼ ਪਿਘਲੇਗੀ। ਬਰਫ਼ ਪਿਘਲਣ ਦੇ ਨਾਲ ਬੱਚੋ ਸਮੁੰਦਰ ਦਾ ਤਲ ਵਿੱਚ ਵੀ ਵਾਧਾ ਆਵੇਗਾ। ਇਸ ਦਾ ਮਤਲਬ ਉਪਰੋਕਤ ਸਾਰੇ ਆਨਸਰ ਇਹਦਾ ਆਏਗਾ। ਅਗਲਾ ਹੈ, ਦਮਨਪ੍ਰੀਤ ਨੇ ਪੜ੍ਹਿਆ ਕਿ ਸੂਰਜ ਦਾ ਆਪਣਾ ਪ੍ਰਕਾਸ਼ ਅਤੇ ਊਰਜਾ ਹੁੰਦੀ ਹੈ। ਬੱਚੋ, ਯਾਦ ਰੱਖਣਾ ਹੈ ਕਿ ਸੂਰਜ ਦਾ ਆਪਣਾ ਪ੍ਰਕਾਸ਼ ਹੁੰਦਾ ਹੈ ਕਿ ਉਸਦੀ ਆਪਣੀ ਊਰਜਾ ਹੁੰਦੀ ਹੈ। ਠੀਕ ਹੈ। ਅਸੀਂ ਗਰਮੀਆਂ ਦੇ ਵਿੱਚ ਜ਼ਿਆਦਾ ਵੱਧ ਗਰਮੀ ਮਹਿਸੂਸ ਕਰਦੇ ਹਾਂ। ਠੀਕ ਹੈ। ਤਾਂ ਸਰਦੀਆਂ ਦੇ ਵਿੱਚ ਸਾਨੂੰ ਧੁੱਪ ਦੀ ਲੋੜ ਪੈਂਦੀ ਹੈ। ਤਾਂ ਬੱਚੋ, ਪ੍ਰਕਾਸ਼ ਸਾਰਾ ਸੂਰਜ ਤੋਂ ਆ ਰਿਹਾ ਹੈ। ਉਸ ਵਿੱਚ ਕੀ ਹੁੰਦਾ ਹੈ? ਹਾਈਡਰੋਜਨ ਜਿਹੜੇ ਨੇ ਉਹ ਫਿਊਜ਼ ਕਰਕੇ ਉਸ ਤੋਂ ਬਾਅਦ ਹੀਲੀਅਮ
ਤੇ ਨਾਲ એનર્ਜੀ ਰਿਲੀਜ਼ ਕਰਦੇ ਨੇ। ਤੋ ਇਸ ਨੂੰ ਬੱਚਿਓ ਅਸੀਂ ਨਿਊਕਲੀਅਰ ਕਿਰਿਆ ਆਖਦੇ ਹਾਂ। ਕੀ ਆਖਦੇ ਹਾਂ? ਨਿਊਕਲੀਅਰ ਕਿਰਿਆ। ਤੋਂ ਇਸ ਦਾ ਆਨਸਰ ਆਏਗਾ ਥਰਡ ਆਪਸ਼ਨ। ਅਗਲਾ ਪਿਆਰੇ ਵਿਦਿਆਰਥੀਓ 10th ਕੁਐਸਚਨ ਹੈਗਾ, ਰਾਮ ਅਤੇ ਸ਼ਾਮ ਦੋਵੇਂ ਇੱਕ ਬਕਸੇ ਦੇ ਉੱਪਰ ਇੱਕ ਹੀ ਦਿਸ਼ਾ ਦੇ ਵਿੱਚ ਧੱਕਾ ਲਗਾ ਰਹੇ ਹਨ। ਬੱਚਿਓ ਇਹ ਤੁਹਾਨੂੰ ਬਹੁਤ ਵਾਰ ਕਰਵਾਤਾ ਕੁਐਸਚਨ ਕਿ ਇਹਦੇ ਵਿੱਚ ਰਾਮ ਤੇ ਸ਼ਾਮ ਜਿਹੜੇ ਨੇ ਦੋ ਨੇ, ਦੋਨੋਂ ਇੱਕੋ ਹੀ ਡਾਇਰੈਕਸ਼ਨ ਦੇ ਵਿੱਚ ਫੋਰਸ ਲਗਾ ਰਹੇ ਆ ਤੇ ਨੈਟ ਫੋਰਸ ਦੇ ਨਾਲ ਕਿ ਇਹ ਬਕਸਾ ਅੱਗੇ ਨੂੰ ਮੂਵ ਕਰੇਗਾ ਔਰ ਇੱਥੇ ਨੈਟ ਫੋਰਸ ਜਿਹੜੀ ਆ ਉਹ ਦੋਨਾਂ ਦਾ ਜੋੜ ਆਏਗਾ। ਮਤਲਬ ਇੱਥੇ ਇਹਨਾਂ ਦੋਨਾਂ ਨੂੰ ਸਾਨੂੰ ਕੀ ਹੈ? ਜੋੜਨਾ ਹੈ, ਕਿਉਂਕਿ ਇਹ ਸੇਮ ਦਿਸ਼ਾ ਦੇ ਵਿੱਚ ਨੇ। ਜੇ ਉਲਟ ਦਿਸ਼ਾ ਵਿੱਚ ਹੁੰਦੇ ਫਿਰ ਅਸੀਂ ਸਬਟਰੈਕਟ ਕਰਨਾ ਸੀ। ਤਾਂ ਆਨਸਰ ਆਏਗਾ ਫਰਸਟ ਆਪਸ਼ਨ। ਅਗਲਾ ਹੈ, ਬੁੱਜੋ ਨੇ ਪਹੇਲੀ ਨੂੰ ਪੁੱਛਿਆ ਕਿ ਮੈਂ ਬੱਚਿਆਂ ਨੂੰ ਇੱਕ ਦੂਜੇ ਨਾਲ ਰਬੜ ਦੇ ਟਾਇਰ ਜਾਂ ਕਿਸੇ ਘੇਰੇ ਨੂੰ ਧੱਕਣ ਜਾਂ ਧਕੇਲ ਕੇ ਤੇਜ਼ ਚਲਾਉਣ ਦਾ ਮੁਕਾਬਲਾ ਕਰਦੇ ਦੇਖਿਆ ਤੇ ਧੱਕੇ ਨਾਲ ਟਾਇਰ ਦੀ ਚਾਲ ਕਿਵੇਂ ਤੇਜ਼ ਹੋ ਗਈ? ਵਿਦਿਆਰਥੀਓ ਕਿਉਂਕਿ ਉੱਥੇ ਕੀ ਆ, ਦੇਖੋ ਇਹ ਵਿਦਿਆਰਥੀ ਹੈਗਾ, ਇਹ ਕੀ ਆ ਟਾਇਰ ਨੂੰ ਇੱਦਾਂ ਧੱਕ ਲਿਆ ਹੈ ਜਿਸ ਨਾਲ ਇਹ ਕੀ ਅੱਗੇ ਨੂੰ ਵੱਧ ਰਿਹਾ ਤੇ ਇਸ ਦੀ ਗਤੀ ਜਿਹੜੀ ਵੱਧ ਰਹੀ ਹੈ। ਇਸ ਦਾ ਕਾਰਨ ਕੀ ਹੈਗਾ? ਜਿਹੜੀ ਫੋਰਸ ਲਗਾ ਰਿਹਾ ਔਨ ਦੀ ਆਬਜੈਕਟ, ਇਟ ਇਜ਼ ਇਨ ਦੀ ਸੇਮ ਡਾਇਰੈਕਸ਼ਨ। ਠੀਕ ਹੈ, ਸੇਮ ਡਾਇਰੈਕਸ਼ਨ ਦੇ ਵਿੱਚ ਹੈਗੀ ਹੈ, ਮਤਲਬ ਬਲ ਜਿਹੜਾ ਹੈ ਉਹ ਵਸਤੂ ਦੀ ਗਤੀ ਦੀ ਦਿਸ਼ਾ ਵਿੱਚ ਲੱਗ ਰਿਹਾ ਹੈ। ਠੀਕ ਹੈ, ਅਗਲਾ ਕੁਐਸਚਨ ਹੈਗਾ ਬੱਚੋ, ਅਧਿਆਪਕ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਤਰਲ ਗਤੀ ਵਿੱਚ ਗਤੀ ਕਰਨ ਵਾਲੀਆਂ ਵਸਤੂਆਂ ਦੀ ਸ਼ਕਲ ਵਿਸ਼ੇਸ਼ ਕਿਸਮ ਦੀ ਬਣਾਈ ਜਾਂਦੀ ਹੈ, ਜਿਵੇਂ ਕਿ ਮੱਛੀ ਵਿਸ਼ੇਸ਼ ਆਕਾਰ ਕਾਰਨ ਪਾਣੀ ਵਿੱਚ ਆਸਾਨੀ ਨਾਲ ਤੇਜ਼ ਗਤੀ ਕਰ ਸਕਦੀ ਹੈ। ਤਰਲ ਵਿੱਚ ਵਸਤੂਆਂ ਦੀ ਵਿਸ਼ੇਸ਼ ਆਕਾਰ ਦੇ ਕਾਰਨ ਡੈਸ਼ ਬੱਚੋ ਉੱਥੇ ਰਗੜ ਬਲ ਜਿਹੜਾ ਹੈਗਾ ਉਹ ਘੱਟ ਲੱਗਦਾ ਹੈ। ਠੀਕ ਹੈ, ਊਰਜਾ ਦੀ ਹਾਨੀ ਨਹੀਂ ਹੁੰਦੀ ਤੇ ਗਤੀ ਸੌਖੀ ਹੁੰਦੀ ਹੈ। ਬੱਚੋ ਇਹਦਾ ਆਨਸਰ ਜਿਹੜਾ ਉਪਰੋਕਤ ਸਾਰੇ ਹੀ ਆਏਗਾ। ਅਗਲਾ ਕੁਐਸਚਨ ਬੱਚਿਓ ਬਿਜਲਈ ਮੁਲਾਮਾਕਰਨ ਬੇਸਡ ਹੈ ਕਿ ਸਹਿਜ ਨੇ ਮੇਲੇ ਵਿੱਚ ਇੱਕ ਖਿਡੌਣਾ ਲਿਆ ਜੋ ਸੁਨਹਿਰੀ ਸੀ। ਠੀਕ ਹੈ, ਉਹਨੂੰ ਖਿਡੌਣਾ ਲਿਆ, ਉਹ ਕੀ ਸੁਨਹਿਰੀ ਰੰਗ ਦਾ ਸੀ। ਤੇ ਬੱਚੋ ਸੁਨਹਿਰੀ ਰੰਗ ਦਾ ਹੁਣ ਤੁਹਾਨੂੰ ਸੋਨਾ ਤੇ ਦੇ ਨਹੀਂ ਦੇਣਾ ਮੇਲੇ ਦੇ ਵਿੱਚ। ਠੀਕ ਹੈ, ਸਸਤੇ ਪੈਸਿਆਂ ਦੇ ਵਿੱਚ। ਤੋਂ ਇਹਦਾ ਮਤਲਬ ਉਹਦੇ ਉੱਪਰ ਕੁਛ ਨਾ ਕੁਛ ਪਲੇਟਿੰਗ ਕੀਤੀ ਹੋਏਗੀ। ਤਾਂ ਬੱਚੋ ਪਲੇਟਿੰਗ ਦਾ ਕੰਮ ਕੀ ਹੁੰਦਾ? ਉਹਨੂੰ ਉਹ ਕਿਹੜੇ ਪ੍ਰੋਸੈਸ ਨਾਲ ਹੁੰਦੀ ਹੈ? ਬਿਜਲਈ ਮੁਲਾਮਾਕਰਨ ਮਤਲਬ ਕਿ ਇਲੈਕਟ੍ਰੋਪਲੇਟਿੰਗ। ਠੀਕ ਹੈ, ਇਵੇਂ ਤੁਸੀਂ ਆ ਦੇਖ ਸਕਦੇ ਹੋ, ਇਹਨੂੰ ਇਲੈਕਟ੍ਰੋਪਲੇਟਿੰਗ ਪ੍ਰੋਸੈਸ ਹੀ ਕਹਿੰਦੇ ਨੇ। ਠੀਕ ਹੈ, ਇਸ ਵਿੱਚ ਇੱਕ ਚੀਜ਼ ਹੋਰ ਨੋਟ ਕਰੋ, ਜਿਹੜੀ ਰੰਗ ਦੀ ਪਰਤ ਹੀ ਚੜਾਉਣੀ ਹੈ ਉਸੇ ਰੰਗ ਦਾ ਬੱਚੋ ਉਸੇ ਹੀ ਧਾਤ ਦਾ ਘੋਲ ਜਿਹੜਾ ਸਾਨੂੰ ਉੱਥੇ ਲਿਕੁਇਡ ਵਿੱਚ ਚਾਹੀਦਾ ਹੈਗਾ। ਠੀਕ ਹੈ, ਅਗਲਾ ਬੱਚੋ 14th ਕੁਐਸਚਨ ਹੈ, ਰਾਧਾ ਨੇ ਆਪਣੀ ਭੈਣ ਨੂੰ ਪੁੱਛਿਆ ਕਿ ਧਰਤੀ ਵਾਂਗ ਹੋਰ ਦੂਸਰੇ ਗ੍ਰਹਿਾਂ 'ਤੇ ਜੀਵਨ ਸੰਭਵ ਕਿਉਂ ਨਹੀਂ ਹੈ? ਉਸਦੀ ਭੈਣ ਨੇ ਦੱਸਿਆ ਕਿ ਇਹ ਇਸ ਲਈ ਸੰਭਵ ਨਹੀਂ ਹੈ ਕਿਉਂਕਿ ਧਰਤੀ ਨੀਲਾ ਗ੍ਰਹਿ ਹੈ ਤੇ ਧਰਤੀ 'ਤੇ ਹਵਾ ਤੇ ਪਾਣੀ ਦੀ ਉਪਲਬਧਤਾ, ਉਚਿਤ ਤਾਪਮਾਨ, ਓਜ਼ੋਨ ਪਰਤ ਦੀ ਕੰਬਲ ਬੱਚੋ ਇਹ ਸਾਰੇ ਫੈਕਟਰ ਜਿਹੜੇ ਨੇ ਇਹ ਇਨਫਲੂਐਂਸ ਕਰਦੇ ਨੇ ਕਿ ਅਸੀਂ ਧਰਤੀ ਦੇ ਉੱਪਰ ਇੱਥੇ ਜੀਵਨ ਦੀ ਹੋਂਦ ਹੈਗੀ ਹੈ। ਠੀਕ ਹੈ, ਸੋ ਆਨਸਰ ਆਏਗਾ ਉਪਰੋਕਤ ਸਾਰੇ। 13th ਕੁਐਸਚਨ, ਕਸ਼ੀਦਤ ਪਾਣੀ ਵਿੱਚ ਕੁਝ ਲੂਣ ਮਿਲਾ ਦੇਣ ਤੇ ਕਸ਼ੀਦਤ ਪਾਣੀ ਬੱਚੋ ਵਧੀਆ ਚਾਲਕ ਬਣ ਜਾਊਗਾ ਕਿਉਂਕਿ ਪਾਣੀ ਨੇ ਫਿਰ ਆਪਣੇ ਆਇਓਨਸ ਵਿੱਚ ਇਸ ਤਰ੍ਹਾਂ ਟੁੱਟ ਜਾਣਾ ਹੈ। ਠੀਕ ਹੈ, ਤੇ ਜੇ ਆਇਓਨ ਵਿੱਚ ਟੁੱਟ ਗਿਆ ਤੇ ਫਿਰ ਬੱਚੋ ਵਧੀਆ ਚਾਲਕ ਬਣ ਜਾਏਗਾ। ਠੀਕ ਹੈ, ਉੱਦਾਂ ਇਹ ਬਿਨਾਂ ਲੂਣ ਦੇ ਪਾਣੀ ਜਿਹੜਾ ਆਪਣੇ ਆਇਓਨਸ ਦੇ ਵਿੱਚ ਨਹੀਂ ਟੁੱਟਦਾ। ਠੀਕ ਹੈ, ਸਿਰਫ ਵਿੱਚ ਨਮਕ ਪਾਉਣ ਦੇ ਨਾਲ ਹੀ ਉਹਨੂੰ ਕੀ ਹੈ ਇੰਪਿਓਰਿਟੀਜ਼ ਨੇ ਇਹਨੂੰ ਡਿਸੋਸ਼ੀਏਟ ਕਰਨ ਦੇ ਵਿੱਚ ਹੈਲਪ ਕਰਨੀ ਹੈ। ਅਗਲਾ ਕੁਐਸਚਨ ਹੈਗਾ ਵਿੱਚੋਂ ਕਸ਼ੀਦਤ ਪਾਣੀ ਨੂੰ ਵਿੱਚ ਡਿਸਟਿਲਡ ਵਾਟਰ ਕਹਿੰਦੇ ਨੇ, ਯਾਦ ਵੀ ਰੱਖਣਾ ਹੈ। ਅਗਲਾ ਹੈ, ਸ਼ਾਮ ਨੇ ਅੱਜ ਅਖਬਾਰ ਵਿੱਚ ਪੜ੍ਹਿਆ ਕਿ ਮੌਸਮ ਦੀ ਭਵਿੱਖਬਾਣੀ ਅਨੁਸਾਰ ਅੱਜ ਵਰਖਾ ਹੋਵੇਗੀ। ਵਿਦਿਆਰਥੀਓ ਕਦੀ ਤੁਸੀਂ ਸੋਚਿਆ ਹੈ ਕਿ ਫੋਰਕਾਸਟ ਵਾਲੇ ਪਹਿਲਾਂ ਹੀ ਕਿੱਦਾਂ ਦੱਸ ਦਿੰਦੇ ਨੇ, ਵੈਦਰ ਫੋਰਕਾਸਟ ਵਾਲੇ, ਕਿ ਅੱਜ ਵਰਖਾ ਹੋਣੀ ਹੈ? ਬੱਚਿਓ ਕਿਉਂਕਿ ਸਾਇੰਸ ਨੇ ਬਹੁਤ ਤਰੱਕੀ ਕੀਤੀ ਹੈ ਤੇ ਉਹਨਾਂ ਨੇ ਸਪੇਸ ਦੇ ਵਿੱਚ ਆਰਟੀਫਿਸ਼ਲ ਜਾਂ ਸੈਟੇਲਾਈਟ ਮਤਲਬ ਬਨਾਵਟੀ ਉਪਗ੍ਰਹਿ ਭੇਜੇ ਨੇ ਜੋ ਸਾਡੇ ਤੱਕ ਸਾਰੀ ਇਨਫੋਰਮੇਸ਼ਨ ਨੂੰ ਭੇਜਦੇ ਹਨ। ਠੀਕ ਹੈ, ਤੁਹਾਡਾ ਆਨਸਰ ਜਿਹੜਾ ਆ ਉਹ 4th ਆਪਸ਼ਨ ਆਏਗੀ। ਹਾਂਜੀ ਪਿਆਰੇ ਵਿਦਿਆਰਥੀਓ 17th ਕੁਐਸਚਨ ਹੈ, ਸੋਹਨ ਆਪਣੇ ਘਰ ਬੈਠਾ ਸੀ, ਉਸਨੇ ਦੇਖਿਆ ਹੈ ਕਿ ਕੁਝ ਕੁ ਸੈਕਿੰਡਾਂ ਦੇ ਲਈ ਧਰਤੀ ਕੰਬਣ ਲੱਗ ਗਈ ਤੇ ਵਸਤੂਆਂ ਆਲੇ ਦੁਆਲੇ ਹਿੱਲਣ ਲੱਗਦੀਆਂ ਹਨ। ਇਸ ਘਟਨਾ ਨੂੰ ਬੱਚੋ ਅਸੀਂ ਭੂਚਾਲ ਆਖਦੇ ਹਾਂ, ਮਤਲਬ ਅਰਥਕੁਏਕ। ਠੀਕ ਹੈ, ਉਸ ਤੋਂ ਬਾਅਦ ਅਗਲਾ ਕੁਐਸਚਨ ਹੈ, ਰੁੱਖ ਸਾਡੇ ਵਾਤਾਵਰਣ ਦੇ ਪ੍ਰਦੂਸ਼ਣ ਨੂੰ ਘਟਾਉਣ ਲਈ ਸਹਾਇਤਾ ਕਰਦੇ ਹਨ। ਹਰ ਸਾਲ ਜੁਲਾਈ ਦੇ ਮਹੀਨੇ ਲੱਖਾਂ ਰੁੱਖ ਲੋਕਾਂ ਦੁਆਰਾ ਲਗਾਏ ਜਾਂਦੇ ਹਨ। ਵਿਦਿਆਰਥੀਓ ਇਸ ਨੂੰ ਕਹਿੰਦੇ ਨੇ ਵਣ ਮਹਾ ਉਤਸਵ। ਠੀਕ ਹੈ, ਵਣ ਮਹਾ ਉਤਸਵ। ਇਸ ਦਿਨ ਜਿਹੜੇ ਆ ਲੱਖਾਂ ਰੁੱਖ ਜਿਹੜੇ ਆ ਲਗਾਏ ਜਾਂਦੇ ਹਨ। ਇੱਥੇ ਬੱਚੋ ਜੰਗਲ ਸੰਭਾਲ ਦਿਵਸ ਵੀ ਹੈ, ਇਹਦੇ ਬਾਰੇ ਵੀ ਬੱਚੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਇਹ ਕਿਹੜੀ ਤਰੀਕ ਨੂੰ ਹੁੰਦਾ ਹੈ? ਇਹ ਬੱਚੋ 21 ਮਾਰਚ ਨੂੰ ਹੁੰਦਾ ਹੈ। ਠੀਕ ਹੈ, ਇਹ ਕਦੋਂ ਹੁੰਦਾ ਹੈ? 21 ਮਾਰਚ ਨੂੰ ਮਨਾਇਆ ਜਾਂਦਾ ਹੈ ਹਰ ਸਾਲ। ਤੇ ਵਣ ਮਹਾਉਤਸਵ ਜਿਹੜਾ ਹੈਗਾ ਇਹ ਬੱਚੋ
पहली तो 7 जुलाई, ठीक है 7 जुलाई मतलब 7वें महीने जोड़े आ 1 तरीक तो 7 तरीक तक मनाया जाता है। विद्यार्थियों नैक्सट क्वेश्चन है, राम बहुत खुश है कि उस कोल इलैक्ट्रॉनिक ते इलैक्ट्रीकल उपकरण जिमें कि फ्रिज, एयर कंडीशनर आदि भी हैं, पर उसनों ये नहीं पता कि यंत्र प्रदूषक छड्डदे हन ते विद्यार्थियों जो कि ओजोन परत नूं खराब कर रहे हैं। बच्चों ये प्रदूषित हुंदे ने CFC यानी कि क्लोरोफ्लोरोकार्बन, ठीक है की होंगे ने क्लोरोफ्लोरोकार्बन, ठीक है ये भी की है इदा के प्रदूषक ने जो कि ओजोन लेयर जिन्हों कि O3 ना जानिया जाता, इसका फार्मूला होंदा है उन्होंने डिप्लीट करते हैं, ठीक है। ओजोन लेयर कित्थे हैगी आ, स्ट्रैटोस्फेयर दे विच 70 किलोमीटर अर्थ तो 70 किलोमीटर जो असीं चले जाने अबव उत्थे एक ओजोन की परत हैगी आ जो सानू हार्मफुल UV रेस तो बचाती है। तो विद्यार्थियों एक क्लोरोफ्लोरोकार्बन उन्होंने ही डिप्लीट कर रहे हैं, ठीक है। अगला क्वेश्चन है बच्चे, एड्स एक रोगी व्यक्ति तो तंदुरुस्त व्यक्ति तक डैश द्वारा पहुँचता है। बच्चों ये होंदा है खून चढ़ाउण ते, ठीक है किहदे करके खून चढ़ाउण ते, ना ही ये खाना साझा करन ते हुंदा है, ना ही तुसीं उहदी कंघी वरतन ते ना ही बच्चों मच्छर दे कट्टण नाल, याद रखना है, ठीक है। एड्स एक की है बीमारी है जो वायरस ने नाल हुंदी है, ठीक है। तो विद्यार्थियों खून चढ़ाउण दे नाल व्यक्ति तो दूसरे व्यक्ति तक ये फैल सकती है, ठीक है। बच्चों अगे हैगा चावल, खरीफ की फसल है तो विद्यार्थियों चावल तो हुण इस टाइम उहदी वाढी जिहड़ी आ चलनी हैगी आ, तो विद्यार्थियों ये हुंदी जून तो सितंबर महीने तक, ठीक है जून तो सितंबर महीने तक, ओके। अगला क्वेश्चन है बच्चों, जसलीन अपने खिडौना कार नूं गिले फर्श, सुके फर्श ते विछाए अखबार ते तौलीए ते चलाउणा आउंदी है, तो उसनों बच्चों सब तो घट बल जिहड़ा कित्थे लगेगा, तो उस तो बाद वध बल, ठीक है मतलब कि वध क्रम दे विच असीं लिखना हैगा। सब तो घट बच्चों वैट फ्लोर, फिर ड्राई फ्लोर, फिर न्यूज़पेपर ते फिर टॉवल, पहला ऑप्शन। प्यारे विद्यार्थियों 23 क्वेश्चन है, दीपक हाकी खेडते समय मैदान विच गेंद नूं किक मारदा है वो की कर रहा है। विद्यार्थियों इस नाल उहदी गति बदल रहा है, तो दूसरी गल उहदी गति दे नाल उहदी दिशा भी बदल रही है, इसदा मतलब उपरोक्त 1 और 2 बोथ A एंड B ऑप्शन इसका आंसर सही हैगा। अगला क्वेश्चन हैगा, मनप्रीत ने टीवी उत्ते सुनिया कि समुद्री गोताखोर एक विशेष किस्म का सूट अपने बचाव लई पाउंदे हन, क्योंकि समुद्र विच डूंघाई नाल बच्चों की वध जाता है। विद्यार्थियों इत्थे प्रैशर जिहड़ा है वो इनक्रीज कर जाता है, ठीक है। असीं इहदे नाल रिलेटेड एक्टिविटी भी कीती सी, उस एक्टिविटी विच इदां बीकर लिया सी, इत्थे 3 स्पॉट लगाए सी, ठीक है। तो 3 स्पॉट च तुसीं देखिया है कि पानी का दबाव जिहड़ा हैगा थल्ले ज़्यादा होण करके उहदा जैट जिहड़ा है वाटर का वो दूर जाके डिग्या सीगा, ठीक है। असीं एक्टिविटी भी कीती सीगी, तो ये उसे बेस्ड क्वेश्चन हैगा क्योंकि थल्ले डैप्थ दे विच जिहड़ा प्रैशर हैगा वाटर का वो ज़्यादा हुंदा है। अगला 25वां क्वेश्चन है, अध्यापक ने ब्लैक बोर्ड के चाक नाल लिखते हुए विद्यार्थियों को सवाल किया कि की होवेगा जेकर बोर्ड और चाक विचकार इस तरह किसी तरह का रगड़ बल ना होवे, तो विद्यार्थियों उत्थे लिखना ही मुश्किल हो जाएगा, क्योंकि रगड़ दे नाल ही वो की है स्टिक करता है चौक जिहड़ा चौक पाउडर होंदा है कि उपर बोर्ड के उपर, तो इस नाल जे रगड़ नहीं होएगी तो बच्चों उन उहदे नाल स्टिक नहीं करना, ठीक है, तो लिख नहीं होएगा, ओके। अगला है साइंस लैब विच रोहित करंट के रसायनिक प्रभाव वाला प्रयोग कर रहा सी, प्रयोग दौरान उसने देखा कि जदों घोल विच बिजली धारा नूं प्रवाहित किया जाता है तो बच्चों उत्थे इलैक्ट्रोडां दे बुलबुले निकलते हैं, की हुंदा है पानी दे विचों करंट पास किया, पानी विचों टुट जाता है किहदे विच अपने आयोन्स विच, ठीक है। आयोन्स विच टुटण तो बाद वो बच्चों उत्थे हाइड्रोजन ते ऑक्सीजन गैस बनाता है, ठीक है। तो इत्थे आंसर आएगा ऑक्सीजन अते हाइड्रोजन गैस। याद रखना हाइड्रोजन जिहड़ी है ज़्यादा बनती है, ऑक्सीजन घट बनती है, ठीक है। रेशो 2:1 दे विच फॉर्मेशन होंदी है। अगला है, किसी चार्जित वस्तु नूं चार्ज धरती विच भेजण दी प्रक्रिया नूं प्यारे विद्यार्थियों इसनूं आखदे हन, याद रखना भौन संपर्क मतलब अर्थिंग, ठीक है। की कहते हैं अर्थिंग, ताकि बिजली अप्लाइंस में जे ज़्यादा करंट आ जाए तो उत्तों फिर विद्यार्थियों तुसीं चित्र देख सकते हो, उहदे मून के फेस दिते हुए ने, ठीक है। मून के फेस मतलब चंद दियां जिहड़ियां ने वो कलावां, ठीक है, किहड़े-किहड़े वो समय दे नाल 28 दिन दे विच फेस हुंदा है, ठीक है। नवां चंद जिहड़ा आ वो तुहानूं दिखाई दिंदा है जदों ये इस पोजीशन ते आ जांदा, उस टाइम ते उत्ते सूरज की रोशनी पूरी पैंदी है, जिहदे करके सानूं फुल मून दिखाई दिंदा है, ठीक है। सो ये हैगा बच्चों फेसिस ऑफ मून मतलब चंद दियां कलावां। सैकेंड लास्ट क्वेश्चन है, किसी रसायन की वरतों पानी शुद्ध करने लई वरती जाती है, ये बच्चों क्लोरीन होंदी है, ठीक है, याद रखियो क्लोरीन। लास्ट क्वेश्चन हैगा, अध्यापक जमात विच हैलो धूमकेत बारे
ਜਾਣਕਾਰੀ ਦੇ ਰਿਹਾ ਸੀ। ਬੱਚੇ ਹੈਲੀ ਧੂਮਕੇਤ ਕੀ ਹੈ, ਇੱਕ ਕਮੈਂਟ ਹੈਗਾ ਜਿਹੜਾ ਕਿ 75 ਸਾਲ ਬਾਅਦ ਧਰਤੀ ਦੇ ਕੋਲੋਂ ਲੰਘਦਾ ਹੈ। ਠੀਕ ਹੈ, ਤਾਂ ਇਹਦਾ ਆਨਸਰ ਜਿਹੜਾ ਆ ਉਹ 3rd ਆਪਸ਼ਨ ਆਏਗੀ। ਓਕੇ ਜੀ, ਸੋ ਇਹ ਸੀਗੇ ਬੱਚੋ ਵਰਕਸ਼ੀਟ ਨੰਬਰ 6 ਦੇ ਕੁਐਸਚਨਸ। ਇਹਨਾਂ ਨੂੰ ਆਪਣੀ ਕਾਪੀ ਦੇ ਉੱਪਰ ਹੁਣ ਤੁਸੀਂ ਕਰ ਲੈਣਾ ਹੈ।